संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो, सजद सुख हर नाम बढ़ाई, गुर प्रसाद नानक मत पाई, सजद सुख हर नाम बढ़ाई, गुर प्रसाद नानक मत पाई। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਦਾ ਤੇ ਸਾਰੇ ਦੇਖਣ ਵਾਲਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕਮੈਂਟਸ ਸਾਡੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਪਾਏ ਔਰ ਦੇਖਿਆ ਔਰ ਸਬਸਕ੍ਰਾਈਬ ਕੀਤਾ ਔਰ ਸਾਨੂੰ ਹੌਸਲਾ ਅਫਜ਼ਾਈ ਦਿੱਤੀ। ਅੱਜ ਸਾਡੀ ਇਹ 3rd ਹੈਗੀ ਹੈ ਔਰ ਅਸੀਂ ਉਹਦੇ ਵਿੱਚ ਜਿਹੜਾ ਆਨੰਦ ਦਾ ਇਹ ਚੱਲ ਰਹੀ ਹੈ ਪ੍ਰਕਰਮ ਚੱਲ ਰਿਹਾ ਉਹਦੇ ਨਾਲ ਹੀ ਅਸੀਂ ਇਹਨੂੰ ਕੰਟੀਨਿਊ ਕਰਦੇ ਹੋਏ ਅਸੀਂ ਅੱਜ ਸਪੈਸ਼ਲੀ ਇੱਕ ਹੋਰ ਸ਼ਬਦ ਕੀਤਾ ਲੋੜੀਏ ਕੰਮ ਸੋ ਹਰ ਪੇ ਆਖੀਏ ਪੜ੍ਹਿਆ ਜਾਂਦਾ ਕਈ ਵਾਰੀ, ਉਹਦੇ ਤੇ ਅੱਜ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਸੋ ਗਿਆਨੀ ਜੀ ਸਾਡੇ ਨਾਲ ਹੈ ਤੇ ਅਸੀਂ ਇਹਦੇ ਬਾਰੇ ਸਾਰੀ ਗੱਲ ਕਰਾਂਗੇ। ਸੋ ਪਹਿਲੇ ਜਿਹੜੀ ਇਹਦੇ ਵਿੱਚ ਆਈ ਹੈ ਕਿ ਕੀਤਾ ਲੋੜੀਏ ਕੰਮ ਸੋ ਹਰ ਪੇ ਆਖੀਏ ਜੀ। ਇਹ ਕੰਮ ਜਿਹੜਾ ਹੈ ਇਹ ਕਿਹੜਾ ਕੰਮ ਹੈ? ਕੀ ਇਹ ਆਨੰਦ ਹੈ? ਕੀ ਇਹ ਕੋਈ ਹੋਰ ਕੰਮ ਹੈ? ਕਿੱਦਾਂ ਦਾ ਕੰਮ ਕਿਹਾ ਗਿਆ? ਇਸ ਦੇ ਉੱਤੇ ਥੋੜਾ ਜਿਹਾ ਚਾਨਣਾ ਪਾਓ। ਦੇਖੋ, ਜਿਹੜਾ ਕੰਮ ਦੀ ਗੱਲ ਜਿਹੜੀ ਆ, ਕੰਮ ਦਾ ਬਕਾਇਦਾ ਉਹਦੇ ਅੱਗੇ ਜ਼ਿਕਰ ਵੀ ਕੀਤਾ ਹੋਇਆ ਕਿਹੜਾ ਕੰਮ ਆਖਣਾ। ਉਦੋਂ ਸਾਡੇ ਵੀ ਜਿਹੜੀ ਪਰੰਪਰਾ ਕਿ ਅਸੀਂ ਕੋਈ ਵੀ ਜਦੋਂ ਕੰਮ ਸ਼ੁਰੂ ਕਰਦੇ ਹਾਂ ਇਵੇਂ ਚਾਹੇ ਉਹ ਆਨੰਦ ਦਾ ਅਸੀਂ ਇਹ ਸ਼ਬਦ ਦਾ ਗਾਇਨ ਕਰਦੇ ਹਾਂ, ਪੌੜੀ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ। ਕੰਮ ਤੇ ਅਸਲ ਵਿੱਚ ਉਹੀ ਕੰਮ ਆ ਕਿ ਜਿਹੜਾ ਕੰਮ ਇਨਸਾਨੀਅਤ ਭਰਪੂਰ ਆ, ਜਾਂ ਅਸੀਂ ਮਨੁੱਖ ਦੇ ਨਾਤੇ ਸਮਾਜ ਵਿੱਚ ਵਿਚਰਦਿਆਂ ਹੋਇਆਂ ਜਿਹੜਾ ਕੰਮ ਸਾਡੇ ਆਪਣੇ ਲਈ, ਸਮਾਜ ਲਈ, ਆਲੇ ਦੁਆਲੇ ਲਈ, ਜਿਹਦੇ ਵਿੱਚ ਸਾਡਾ ਹੀ ਨਹੀਂ ਬਲਕਿ ਦੂਜਿਆਂ ਦਾ ਵੀ ਭਲਾ। ਔਰ ਮੁੱਖ ਗੱਲ ਜਿਹੜੀ ਆ ਇਸ ਪੌੜੀ ਵਿੱਚ ਉਸ ਨੂੰ ਦੱਸਿਆ ਕਿ ਅਸੀਂ ਸਹੀ ਅਰਥਾਂ ਵਿੱਚ ਜਿਹੜਾ ਇਨਸਾਨੀਅਤ ਭਰਪੂਰ ਜੀਵਨ ਜੀਉਣਾ ਚਾਹੁੰਦੇ ਆ ਤਾਂ ਇਸ ਜੀਵਨ ਦੀ ਪ੍ਰਾਪਤੀ ਕਿਵੇਂ ਹੁੰਦੀ ਆ, ਕਿਵੇਂ ਇਹ ਸੰਭਵ ਆ। ਇਹਦਾ ਇਹ ਬਿਲਕੁਲ ਭਾਵ ਨਹੀਂ ਕਿ ਅਸੀਂ ਅਜਿਹੇ ਕਾਰਜਾਂ ਲਈ ਵੀ ਅਰਦਾਸ ਕਰੀਏ, ਜੋਦੜੀ ਕਰੀਏ ਜਿਹੜੇ ਕੰਮ ਕਿ ਇਨਸਾਨੀਅਤ ਦੇ ਮੱਥੇ ਉੱਤੇ ਕਲੰਕ ਲਾਉਣ ਵਾਲੇ ਆ। ਉਦਾਹਰਨ ਵਜੋਂ ਮੈਂ ਮੰਨ ਲਓ ਕਿ ਚੋਰੀ ਕਰਨ ਜਾ ਰਹੇ ਹਾਂ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ, ਮੇਰੇ ਲਈ ਤਾਂ ਉਹ ਕੰਮ ਹੀ ਹੈ ਨਾ, ਉਹਨਾਂ ਲਈ ਕੰਮ ਹੀ ਆ। ਪਰ ਜੇਕਰ ਅਸੀਂ ਇਹੋ ਜਿਹੇ ਕਾਰਜਾਂ ਲਈ ਅਸੀਂ ਅਰਦਾਸ ਕਰਦੇ ਹਾਂ ਜਾਂ ਇਹੋ ਜਿਹੇ ਸ਼ਬਦ ਪੜ੍ਹਦੇ ਹਾਂ, ਇਹਦਾ ਸਿੱਧਾ ਜਿਹਾ ਭਾਵ ਆ ਕਿ ਅਸੀਂ ਨਾ ਰੱਬ ਵੀ ਸਹੀ ਅਰਥਾਂ ਵਿੱਚ ਵਿਸ਼ਵਾਸ ਕਰਦੇ ਹਾਂ, ਨਾ ਹੀ ਅਸੀਂ ਗੁਰਬਾਣੀ ਨੂੰ ਸਮਝਿਆ। ਜੇ ਸਮਝਿਆ ਹੁੰਦਾ ਤੇ ਅਸੀਂ ਇਹੋ ਜਿਹੇ ਕਦੋਂ ਪੁੱਟ ਹੀ ਨਹੀਂ ਸਕਦੇ। ਗੁਰੂ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਸਾਨੂੰ ਸਮਝਾਇਆ ਕਿ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਜਾਂ ਚੋਰ ਕੀ ਹਾਮਾ ਭਰੇ ਨਾ ਕੋਏ। ਗੁਰਬਾਣੀ ਨੂੰ ਅਸੀਂ ਪੜ੍ਹਨਾ ਹੀ ਇਸ ਲਈ ਆ ਤਾਂ ਕਿ ਅਸੀਂ ਇਹ ਜਿਹੜੀਆਂ ਕਮਜ਼ੋਰੀਆਂ, ਸਾਡੇ ਰਸਤੇ ਦੇ ਜਿਹੜੇ ਬੰਧਨ ਆ, ਇਹਨਾਂ ਬੰਧਨਾਂ ਤੋਂ ਅਸੀਂ ਆਪਣੇ ਆਪ ਨੂੰ ਉੱਪਰ ਉਠਾ ਸਕੀਏ, ਇਹਨਾਂ ਬੰਧਨਾਂ ਤੋਂ ਰਹਿਤ ਹੋ ਕੇ ਸੁਤੰਤਰਤਾ ਦੀ ਜ਼ਿੰਦਗੀ ਜਿਉ ਸਕੀਏ। ਤਾਂ ਜੇਕਰ ਅਸੀਂ ਕੋਈ ਇਹੋ ਜਿਹਾ ਗਲਤ ਕਦਮ ਪੁੱਟਣ ਲਈ ਵੀ ਅਸੀਂ ਇਹੋ ਜਿਹੇ ਸ਼ਬਦਾਂ ਦਾ ਆਸਰਾ ਲੈਂਦੇ ਹਾਂ, ਸਹਾਰਾ ਲੈਂਦੇ ਹਾਂ ਔਰ ਇਹ ਸਮਝਦੇ ਹਾਂ ਕਿ ਸਾਡੀ ਰੱਬ ਸਹਾਇਤਾ ਕਰੂ, ਤਾਂ ਅਸੀਂ ਸਹੀ ਅਰਥਾਂ ਵਿੱਚ ਆਸਤਕ ਨਹੀਂ, ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ। ਭਾਵੇਂ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਇਵਨ ਗੁਰਦੁਆਰਾ ਸਾਹਿਬਾਨ ਵਿੱਚ ਵੀ ਕਈ ਸੱਜਣ ਕਈ ਵਾਰ ਕੋਈ ਮੁਕੱਦਮਾ ਜਿੱਤ ਜਾਂਦੇ ਆ, ਜਦ ਕਿ ਉਹ ਸਹੀ ਨਹੀਂ ਸੀ, ਗਲਤ ਸੀ, ਪਰ ਸਬੂਤਾਂ ਦੀ ਕਾੜ ਜਾਂ ਕਿਤੇ ਸਿਫਾਰਸ਼ਾਂ ਚੱਲਦੀ ਆ ਜਾਂ ਹੋਰ ਕਈ ਕਾਰਨ ਉਹ ਬਰੀ ਹੋ ਜਾਂਦੇ ਆ। ਤਾਂ ਉਹ ਵੀ ਸ਼ੁਕਰਾਨਾ ਕਰਦੇ ਆਪਣੇ ਵੱਲੋਂ, ਕਹਿੰਦੇ ਜੀ ਅਸੀਂ ਮਾਲਕ ਅੱਗੇ ਅਰਦਾਸ ਕੀਤੀ ਸੀ। ਪਰ ਗੁਰਬਾਣੀ ਦੀ ਜੀਵਨ ਜੁਗਤ ਵਿੱਚ ਇਹੋ ਜਿਹੀ ਜਿਹੜਾ ਕਦਮ ਪੁੱਟਣਾ ਔਰ ਇਸ ਪ੍ਰਾਪਤੀ ਨੂੰ ਰੱਬ ਨਾਲ ਜੁੜ ਕੇ ਦੇਖਣਾ ਕਿ ਰੱਬ ਨੇ ਮੇਰੀ ਸਹਾਇਤਾ ਕੀਤੀ ਆ, ਇਹ ਸਿੱਖੀ ਵੇ ਆਫ ਲਾਈਫ ਦਾ ਅੰਗ ਨਹੀਂ, ਹਿੱਸਾ ਨਹੀਂ। ਇਹਦਾ
ਭਾਗ ਤਾਂ ਇਹ ਆ ਕਿ ਅਸੀਂ ਸਮਝੀਏ, ਮਹਿਸੂਸ ਕਰੀਏ ਕਿ ਨਹੀਂ, ਅਸੀਂ ਜੇ ਰੱਬ ਦਾ ਆਸਰਾ ਲੈਣਾ ਤਾਂ ਰੱਬ ਦਾ ਆਸਰਾ ਲੈਣਾ, ਕਿ ਸੱਚ ਦਾ ਆਸਰਾ ਲੈਣਾ, ਸੱਚ ਦਾ ਸਹਾਰਾ ਲੈਣਾ, ਸੱਚ ਦੀਆਂ ਕਦਰੋ ਕੀਮਤਾਂ ਦਾ ਆਸਰਾ ਲੈਣਾ। ਜੇ ਸਾਡਾ ਆਧਾਰ ਹੀ ਗਲਤ ਆ ਤਾਂ ਫਿਰ ਸੱਚ ਦੀਆਂ ਕਦਰੋ ਕੀਮਤਾਂ ਕਿੱਧਰ ਰਹਿ ਗਈਆਂ। ਤੋ ਇਹ ਲਈ ਜਿਹੜਾ ਕੰਮ ਕੋਈ ਵੀ ਅਸੀਂ ਕਰ ਰਹੇ ਹਾਂ, ਤਾਂ ਜਦੋਂ ਅਸੀਂ ਇਹ ਸ਼ਬਦ ਜਿਹੜਾ ਪੌੜੀ ਆ, ਇਹਦੇ ਵਿੱਚ ਕੋਈ ਵਿਸ਼ਵਾਸ ਦਵਾਇਆ ਆ। ਮਤਲਬ ਕਈ ਵਾਰ ਭਾਵੇਂ ਜਾਣੇ ਅਣਜਾਣੇ ਕਈ ਸੱਜਣ ਮਾਈ ਭਾਈ ਜਦੋਂ ਇਹਦਾ ਗਾਇਨ ਕਰਦੇ ਜਾਂ ਪੜ੍ਹਦੇ ਆ, ਉਹ ਕੀਤਾ ਲੋੜੀਆ ਕੰਮ ਸੋ ਹਰ ਪਿਆ ਆਖਿਆ ਕਾਰਜ ਦੇ ਸਵਾਰ ਦੀ ਦੇਹੋ ਪੜ੍ਹਦੇ ਆ। ਦੇਹੋ ਦੇ ਡਾਓ ਬੇਨਤੀ ਰੂਪ ਆ, ਪਰ ਇਹ ਬੇਨਤੀ ਰੂਪ ਨਹੀਂ ਸ਼ਬਦ। ਹਾਂਜੀ, ਇਹਦੇ ਵਿੱਚ ਤਾਂ ਵਿਸ਼ਵਾਸ ਦਵਾਇਆ ਆ ਕਿ ਯਕੀਨ ਜਾਣੋ, ਇਹ ਗੱਲ ਪੱਕੀ ਆ ਕਿ ਜਦੋਂ ਤੁਸੀਂ ਰੱਬ ਦਾ ਆਸਰਾ ਲਵੋਗੇ ਤਾਂ ਤੁਹਾਡਾ ਕਾਰਜ ਇਹ ਜ਼ਰੂਰ ਬਣੂ, ਇਹਦੇ ਵਿੱਚ ਕੋਈ ਸੰਦੇਹ ਨਹੀਂ। ਔਰ ਗੁਰੂ ਇਸ ਗੱਲ ਦੀ ਗਵਾਹੀ ਭਰ ਰਿਹਾ, ਤੇ ਇਸ ਲਈ ਇਹ ਬੇਨਤੀ ਰੂਪ ਸ਼ਬਦ ਨਹੀਂ। ਇਹਦੇ ਸਾਨੂੰ ਸਗੋਂ ਹੋਰ ਦ੍ਰਿੜਤਾ ਦਿਵਾਉਣ ਲਈ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਇਹ ਸੱਚਾਈ ਨੂੰ ਸਰੂਪ ਹੀ ਦਰਸਾਇਆ ਹੋਇਆ। ਠੀਕ ਹੈ। ਸੋ ਮੈਂ ਇਹਦੇ ਵਿੱਚ ਹੁਣ ਇਹ ਪੁੱਛਣਾ ਚਾਹਾਂਗਾ ਕਿ ਆਨੰਦ ਵੇਲੇ ਇਹ ਕਈ ਵਾਰੀ ਸ਼ਬਦ ਪੜ੍ਹਿਆ ਜਾਂਦਾ, ਕੀ ਇਹ ਸ਼ਬਦ ਰਹਿਤ ਮਰਿਆਦਾ ਵਿੱਚ ਹੈ ਕਿ ਨਹੀਂ ਹੈ, ਜਾਂ ਇਹ ਅਸੈਂਸ਼ੀਅਲ ਹੈ ਸਾਡੇ ਲਈ ਪੜ੍ਹਨਾ? ਇਹ ਕੇਵਲ ਆਨੰਦ ਦੇ ਸਮੇਂ ਨਹੀਂ, ਬਲਕਿ ਅਸੀਂ ਹਰ ਕਾਰਜ ਵੇਲੇ, ਜਿਹੜਾ ਖਾਸ ਤੌਰ ਤੇ ਖੁਸ਼ੀ ਦਾ ਕੰਮ ਆ ਜਾਂ ਕੋਈ ਕੰਮ ਸ਼ੁਰੂ ਕਰਨ ਲੱਗੇ ਆ, ਤਾਂ ਇਹ ਜਿਹੜੀ ਪੌੜੀ ਆ ਪੜ੍ਹੀ ਜਾਂਦੀ ਆ। ਭਾਵੇਂ ਇਹਦੀ ਪੌੜੀ ਨਾਲ 2 ਸ਼ਲੋਕ ਦਰਜ ਆ। ਇਹ ਜਿਹੜੀ ਪੌੜੀ ਆ, ਇਹ ਸ੍ਰੀ ਰਾਗ ਦੀ ਜਿਹੜੀ ਵਾਰ ਆ ਉਹਦੇ ਵਿੱਚ ਆ। ਵਾਰ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਆ। ਤਾਂ ਜਿਹੜੇ 2 ਸ਼ਲੋਕ ਆ ਇਹਦੇ ਨਾਲ ਪਹਿਲਾਂ ਆਏ ਆ, ਉਹ ਦੋਵੇਂ ਗੁਰੂ ਨਾਨਕ ਸਾਹਿਬ ਜੀ ਦੇ ਆ। ਪਰ ਇਹ ਪੌੜੀ ਆਮ ਤੌਰ ਤੇ ਪੜ੍ਹੀ ਜਾਂਦੀ ਆ। ਜਿਵੇਂ ਅਸੀਂ ਆਨੰਦ ਦੀ ਪਿੱਛੇ ਗੱਲ ਕੀਤੀ ਆ, ਚਾਹੇ ਉਹ ਉਸ ਦਿਨ ਦਾ ਨਾਨਕ ਜੀ ਸੀ ਜਾਂ ਵਿਆਹ ਵਰਾ ਬਾਵਲਾ ਸ਼ਬਦ ਸੀ, ਜਿਵੇਂ ਉਹ ਇੱਕੋ ਸ਼ਲੋਕ ਪੜ੍ਹਿਆ ਜਾਂਦਾ, ਉਹਦੇ ਵਿੱਚ ਛੰਦ ਦਾ ਇੱਕ ਪਦਾ ਪੜ੍ਹਿਆ ਜਾਂਦਾ। ਇਸੇ ਤਰ੍ਹਾਂ ਇਹ ਜਿਹੜੀ ਪੌੜੀ ਆ, ਇੱਥੇ ਸ਼ਲੋਕ ਨਹੀਂ ਪਰ ਪੌੜੀ ਪੜ੍ਹੀ ਜਾਂਦੀ ਆ। ਇਹ ਹਰ ਕਾਰਜ ਵਿੱਚ ਜਦੋਂ ਕੋਈ ਸ਼ੁਰੂਆਤ ਕਰਦੇ ਆ, ਇਹ ਪੌੜੀ ਪੜ੍ਹਨ ਦੀ ਸਾਡੇ ਵਿੱਚ ਪਰੰਪਰਾ, ਔਰ ਇਹ ਚੰਗੀ ਪਰੰਪਰਾ ਹੈ ਸਾਕੇ ਜਿਹੜਾ ਵੀ ਕੰਮ ਸ਼ੁਰੂ ਕਰ ਲਾ ਉਹਨੂੰ ਚੇਤੇ ਕਰਾਉਣ ਲਈ। ਉਦਾਹਰਨ ਵਜੋਂ ਜੇਕਰ ਮੰਨ ਲਓ ਮੈਂ ਦੁਕਾਨ ਦਾ ਖੋਲ੍ਹਣ ਲੱਗਾ, ਸ਼ੁਰੂ ਕਰਨ ਲੱਗਾ, ਤਾਂ ਉਸ ਸਮੇਂ ਵੀ ਸ਼ਬਦ ਪੜ੍ਹਦੇ ਆ। ਕਈ ਵਾਰ 10ਵੀਂ ਸ਼ਬਦ ਜਿਹੜੀਆਂ ਪੰਕਤੀਆਂ ਪੜ੍ਹਦੇ ਆ। ਪਰ ਉਹਦਾ ਭਾਵ ਇਹ ਨਹੀਂ ਕਿ ਮੈਂ ਦੁਕਾਨ ਤਾਂ ਸ਼ੁਰੂ ਕਰ ਲਈ ਰੱਬ ਦਾ ਨਾਂ ਲੈ ਕੇ, ਪਰ ਮੈਂ ਉਹ ਤਾਂ ਹੇਰਾ ਫੇਰੀ ਕਰਾਂ, ਨਕਲੀ ਮਾਲ ਵੇਚਾਂ ਤੇ ਨਕਲੀਆਂ ਦਵਾਈਆਂ ਅਸਲੀਆਂ ਦੇ ਜਿਹੜੇ ਉਹ ਰੂਪ ਦੇ ਵਿੱਚ ਵੇਚਣੀ ਸ਼ੁਰੂ ਕਰ ਦੇਵਾਂ। ਇਹਦਾ ਅਸਲ 'ਚ ਭਾਵ ਤਾਂ ਇਹੀ ਆ ਕਿ ਮੈਂ ਰੱਬ ਦਾ ਆਸਰਾ ਲਿਆ ਤਾਂ ਮੈਂ ਕਿਸੇ ਤਰ੍ਹਾਂ ਵੀ ਇਨਸਾਨੀਅਤ ਦਾ ਦਾਮਨ ਨਾ ਛੱਡਾਂ। ਮੈਂ ਕਾਮਯਾਬ ਹੋਣ ਲਈ, ਸਫਲ ਹੋਣ ਲਈ, ਆਪਣੇ ਕਾਰੋਬਾਰ ਨੂੰ ਵਧਾਉਣ ਲਈ ਮੈਂ ਕਦੀ ਵੀ ਐਸਾ ਕਦਮ ਨਾ ਪੁੱਟਾਂ ਕਿ ਜਿਹੜਾ ਇਨਸਾਨੀਅਤ ਨੂੰ ਕਲੰਕਿਤ ਕਰਨ ਵਾਲਾ ਹੋਵੇ, ਸ਼ਰਮਸ਼ਾਰ ਕਰਨ ਵਾਲਾ ਹੋਵੇ। ਮੈਂ ਸੱਚ ਦੀਆਂ ਕਦਰੋ ਕੀਮਤਾਂ ਨੂੰ ਹਰ ਕੀਮਤ ਵਿੱਚ ਮੈਂ ਉਹਨਾਂ ਨੂੰ ਬਰਕਰਾਰ ਰੱਖ ਸਕਾਂ। ਇਹ ਸਾਡੇ ਇੱਕ ਸਮਾਂ ਦੀ ਰਹਿਤ ਦਾ ਇੱਕ ਅੰਗ ਆ। ਜਿਵੇਂ ਸਤਿਗੁਰੂ ਜੀ ਨੇ ਸਿੱਖ ਦੀ ਪਰਿਭਾਸ਼ਾ ਕੀਤੀ ਆ ਕਿ ਗੁਰ ਸਤਿਗੁਰੂ ਕਾ ਜੋ ਸਿੱਖ ਆਖਾਏ ਸੋ ਭਲ ਕੇ ਵਟਾਰ ਨਾਮ ਤੇ ਆਵੈ। ਤੋ ਇਸੇ ਤਰ੍ਹਾਂ ਇਹ ਵੀ ਜਿਹੜੀ ਪੌੜੀ ਆ, ਇਹਦੇ ਵਿੱਚ ਵੀ ਸਾਨੂੰ ਇਹ ਹਦਾਇਤ ਕੀਤੀ ਹੋਈ ਆ ਕਿ ਅਸੀਂ ਜੋ ਵੀ ਕੰਮ ਕਰਨਾ, ਜੋ ਕੰਮ ਤੋਂ ਭਾਵ ਕਿਸੇ ਗਲਤ ਕੰਮ ਤੋਂ ਨਹੀਂ, ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਪਣੇ ਚਾਹੇ ਉਹ ਜੀਵਿਕਾ ਦਾ ਸਾਧਨਾ, ਚਾਹੇ ਉਹ ਗੁਣਾਤਮਕ ਆ, ਚਾਹੇ ਉਹ ਸੰਸਾਰਿਕ ਆ, ਪਰ ਉਹਦੇ ਵਿੱਚ ਇਸ ਗੱਲ ਨੂੰ ਧਿਆਨ ਰੱਖਣਾ ਕਿ ਅਸੀਂ ਕਦੀ ਵੀ ਜਿਹੜਾ ਉਹ ਸੱਚੀਆਂ ਕਦਰੋ ਕੀਮਤਾਂ ਦਾ ਤਿਆਗ ਨਹੀਂ ਕਰਨਾ। ਤੋ ਰਹਿਤ ਮਰਿਆਦਾ ਵਿੱਚ ਜਿਹੜਾ ਉਹ ਜਿਵੇਂ ਉਸਤ ਨਿੰਦਾ ਨਾਨਕ ਜੀ ਮੈਂ ਹਾ ਬੰਜਾਈ ਛੋੜਿਆ, ਉਹਦਾ ਜ਼ਿਕਰ ਨਹੀਂ ਕੀਤਾ ਹੋਇਆ। ਇਸੇ ਤਰ੍ਹਾਂ ਇਹਦਾ ਵੀ ਭਾਵੇਂ ਜ਼ਿਕਰ ਨਹੀਂ ਕੀਤਾ ਹੋਇਆ, ਪਰ ਇਹ ਪੜ੍ਹਿਆ ਜਾਂਦਾ। ਔਰ ਜਿਹੜਾ ਇੱਕ ਰਸਮੀ ਤੌਰ ਤੇ ਪੜ੍ਹਿਆ ਜਾਂਦਾ, ਮੈਂ ਕਹੂੰ ਜ਼ਿਆਦਾ ਸਪਸ਼ਟ ਆ, ਕਿਉਂਕਿ ਅਕਸਰ ਭਾਵੇਂ ਅਸੀਂ ਸ਼ਬਦੇ ਪੜ੍ਹਦੇ ਹਾਂ, ਪਰ ਅਸੀਂ ਜੋ ਕਰਦੇ ਹਾਂ ਇਸ ਮਗਰੋਂ ਜਾਂ ਪਹਿਲਾਂ ਕੀਤਾ ਹੁੰਦਾ, ਉਹਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਸੱਚਮੁੱਚ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਹਾਂ ਜਾਂ ਸਾਡਾ ਗੁਰੂ ਤੇ ਕੋਈ ਭਰੋਸਾ। ਤਾਂ ਭਾਵੇਂ ਰਹਿਤ ਮਰਿਆਦਾ ਦਾ ਇਹ ਹਿੱਸਾ ਨਹੀਂ, ਉਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਹੋਇਆ, ਪਰ ਆਮ ਤੌਰ ਤੇ ਪੜ੍ਹਿਆ ਜਾਂਦਾ। ਔਰ ਇਹਦੇ 'ਚ ਇੱਕ ਗੱਲ ਹੋਰ ਵੀ ਸਪਸ਼ਟ ਹੁੰਦੀ ਆ ਕਿ ਰਹਿਤ ਮਰਿਆਦਾ ਵਿੱਚ ਅਰਦਾਸ ਦੇ ਲਾਵਾਂ ਦਾ ਪਾਠ ਆਨੰਦ ਲਈ ਇਹ 2 ਜ਼ਰੂਰੀ ਆ। ਜੇਕਰ ਮੰਨ ਲਓ ਕਿਤੇ ਐਸੀ ਜਗ੍ਹਾ ਤੇ ਕੋਈ ਅਸੀਂ ਰਹਿ ਰਹੇ ਹਾਂ ਜਿੱਥੇ ਕਿ ਰਾਗੀ ਸਾਹਿਬਾਨ ਨਹੀਂ ਮਿਲ ਰਹੇ,
ਤਾਂ ਅਸੀਂ ਉੱਥੇ ਲਾਵਾਂ ਦਾ ਪਾਠ ਤੇ ਅਰਦਾਸ ਇਹ ਦੋਨਾਂ ਰਾਹੀਂ ਆਨੰਦ ਸੰਪੂਰਨ ਸਮਝਿਆ ਜਾਊਗਾ। ਠੀਕ ਅਧੂਰਾ ਨਹੀਂ ਹੋਊਗਾ ਕਿ ਅਸੀਂ ਇਹ ਸ਼ਬਦ ਨਹੀਂ ਪੜ੍ਹੇ ਤਾਂ ਉਹ ਆਨੰਦ ਕਾਰਜ ਸਾਡੀ ਸਿੱਖ ਰਹਿਤ ਮਰਿਆਦਾ ਅਨੁਸਾਰ ਉਹ ਅਧੂਰੇ ਹੋਣਗੇ, ਨਹੀਂ ਉਹਨਾਂ ਨੂੰ ਪੂਰਾ ਹੀ ਗਿਣਿਆ ਜਾਊਗਾ। ਬੱਚੋਂ ਕਿ ਅੱਜ ਕੱਲ੍ਹ ਰਾਗੀ ਜਿਹੜੇ ਆ ਉਹ ਸੌਖੇ ਹਰ ਥਾਂ ਮਿਲ ਜਾਂਦੇ ਆ, ਠੀਕ ਤੇ ਇਹ ਚੰਗਾ। ਪਰ ਜੇਕਰ ਕਿਤੇ ਐਸਾ ਹੋ ਜਾਵੇ ਤਾਂ ਵੀ ਤਾਂ ਵੀ ਜਿਹੜਾ ਉਹ ਲਾਵਾਂ ਦਾ ਪਾਠ ਅਤੇ ਅਰਦਾਸ ਇਹ ਵਿਆਹ ਦੀ ਸਾਡਾ ਜਿਹੜਾ ਆਨੰਦ ਆ ਉਹਦੇ ਲਈ ਇਹ ਜ਼ਰੂਰੀ ਦੋ ਗੱਲਾਂ ਜਿਹੜੀਆਂ ਇਹ ਨਿਭਾਉਣੀਆਂ ਕਰਨੀਆਂ ਜ਼ਰੂਰੀ ਆ, ਤੇ ਆਪਣੇ ਆਪ ਵਿੱਚ ਇਹ ਸੰਪੂਰਨ ਹੁੰਦਾ। ਇਹ ਸ਼ਬਦ ਜਾਂ ਦੂਜੇ ਸ਼ਬਦ ਉਹ ਪੜ੍ਹੇ ਜਾਣ ਨਾ ਪੜ੍ਹੇ ਜਾਣ ਉਹਨਾਂ ਨਾਲ ਇਹ ਜਿਹੜਾ ਆਨੰਦ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜੀ। ਸੋ ਇਹਦੇ ਬਾਰੇ ਹੁਣ ਡਿਟੇਲ ਇਸ ਪੌੜੀ ਦੀ ਵਿਆਖਿਆ ਤੁਸੀਂ ਕਰੋ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਇਸ ਪੌੜੀ ਵਿੱਚ ਕੀ ਲਿਖਿਆ ਹੈ ਔਰ ਕੀ ਭਾਵ ਅਰਥ ਹੈ ਇਹਦਾ। ਜਿਵੇਂ ਉਹ ਪਹਿਲਾਂ ਆਪਾਂ ਜ਼ਿਕਰ ਕੀਤਾ ਕਿ ਸ੍ਰੀ ਰਾਗ ਦੀ ਵਾਰ ਆ, ਵਾਰ ਚੌਥੇ ਪਾਤਸ਼ਾਹ ਦੀ ਆ। ਹਾਂਜੀ ਇਸ ਵਾਰ ਦੀ ਜਿਹੜੀ ਆ ਇਹ 20ਵੀਂ ਪੌੜੀ ਆ। ਹਾਂਜੀ ਇਹ ਤੋਂ ਪਹਿਲਾਂ 2 ਸ਼ਲੋਕ ਦਰਜ ਆ। ਵਾਰ ਕਾਵਿ ਦਾ ਮੂਲ ਰੂਪ ਵਿੱਚ ਪੌੜੀਆਂ ਵਾਲਾ ਹੀ ਆ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸੰਕਲਨ ਕੀਤੀ ਆ ਉਦੋਂ ਉਹਨਾਂ ਨੇ ਹਰ ਪੌੜੀ ਨਾਲ ਘੱਟੋ ਘੱਟ 2 ਸ਼ਲੋਕ ਦਰਜ ਕੀਤੇ ਆ। ਇਸ ਵਾਰ ਵਿੱਚ ਵੀ ਜਿਹੜੀ ਆ ਇਹ ਵਾਰ ਤਾਂ ਗੁਰੂ ਰਾਮਦਾਸ ਜੀ ਦੀ ਆ, ਪਰ ਗੁਰੂ ਰਾਮਦਾਸ ਜੀ ਦਾ ਸ਼ਲੋਕ ਇਹਨਾਂ ਪੌੜੀਆਂ ਨਾਲ ਨਹੀਂ। ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਆ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਮਹਾਰਾਜ ਦੇ ਸਭ ਤੋਂ ਵੱਧ ਸ਼ਲੋਕ ਆ, ਗੁਰੂ ਅਰਜਨ ਸਾਹਿਬ ਜੀ ਦਾ, ਪਰ ਗੁਰੂ ਰਾਮਦਾਸ ਮਹਾਰਾਜ ਦਾ ਕੋਈ ਸ਼ਲੋਕ ਨਹੀਂ। ਪਰ ਮਹਾਰਾਜ ਨੇ ਸ਼ਲੋਕ ਜਿਹੜੇ ਆ ਉਹ ਪੌੜੀਆਂ ਨਾਲ ਉਹ ਦਰਜ ਕੀਤੇ ਆ ਜਿਹੜਾ ਕਿ ਜੋ ਪੌੜੀ ਦਾ ਜੋ ਵਾਰ ਦਾ ਵਿਸ਼ਾ ਉਸ ਨਾਲ ਉਹ ਸੰਬੰਧਿਤ ਮਿਲਦੇ ਜੁਲਦੇ ਆ, ਭਾਵੇਂ ਉਸ ਨੂੰ ਪਹਿਲਾਂ ਦੀ ਰਚਨਾ ਚਾਹੇ ਬਾਅਦ ਦੀ, ਪਰ ਉਹਨਾਂ ਨੂੰ ਇਹਨਾਂ ਨਾਲ ਦਰਜ ਕਰਨ ਲੱਗਿਆਂ ਇਹ ਖਿਆਲ ਜ਼ਰੂਰ ਰੱਖਿਆ ਗਿਆ। ਠੀਕ ਹਾਂ 2 ਵਾਰਾਂ ਐਸੀਆਂ ਜਿਨ੍ਹਾਂ ਨਾਲ ਸ਼ਲੋਕ ਨਹੀਂ, ਉਹ ਪੌੜੀਆਂ ਹੀ ਆ। ਇੱਕ ਬਸੰਤ ਦੀ ਵਾਰ ਆ, ਦੂਜੀ ਸਤੇ ਬਲਵੰਤ ਜੀ ਦੀ ਵਾਰ ਆ। ਠੀਕ ਹੈ। ਉਹ ਬਾਕੀ ਜਿਹੜੀ 20 ਵਾਰਾਂ ਉਹਨਾਂ ਨਾਲ 2-2 ਸ਼ਲੋਕ ਦਰਜ ਆ। ਇਸ ਵਾਰ ਵਿੱਚ ਜਿਹੜੇ ਆ ਉਹ ਇੱਕ ਪੌੜੀ ਜਿਹੜੀ ਹੈ 14ਵੀਂ ਪੌੜੀ ਆ ਜਿਹਦੇ ਨਾਲ 3 ਸ਼ਲੋਕ ਆ, ਬਾਕੀ ਪੌੜੀਆਂ ਨਾਲ 2-2 ਸ਼ਲੋਕ ਹੀ ਆ। ਤੇ ਇਸ ਤੋਂ ਪਹਿਲਾਂ ਜਿਹੜੇ ਸ਼ਲੋਕ ਆ ਥੋੜਾ ਜਿਹਾ ਅਸੀਂ ਉਹਨਾਂ ਵੱਲ ਨਿਗਾਹ ਮਾਰ ਲਈਏ ਤਾਂ ਕਿ ਇਹਨੂੰ ਹੋਰ ਜਿਹੜਾ ਉਹ ਸਮਝਣਾ ਸੌਖਾ ਹੋ ਜਾਵੇ। ਜਿਹੜਾ ਗੁਰੂ ਮਹਾਰਾਜ ਨੇ ਪਹਿਲਾਂ ਆਖਿਆ ਆ ਉਹ ਦੱਸਿਆ ਕਿ ਕੁਬੁੱਧ ਡੁਮਨੀ ਕੁਦਿਆ ਕਸਾਇਨ ਪਰ ਨਿੰਦਾ ਕਰ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਫਿਰ ਸਤ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸੇਈ ਜੇ ਪਾਪਾਂ ਪੰਦ ਨਾ ਦੇਹੀ। ਇਹਦੇ ਇੱਕ ਵਿਸ਼ੇਸ਼ ਕਰਮ ਕਾਂਡ ਵੱਲ ਧਿਆਨ ਦਵਾਇਆ ਗਿਆ ਕਿ ਜਿਹੜੇ ਸੁਚਮ ਨੂੰ ਜੋ ਬੜੀ ਪਹਿਲ ਦਿੰਦੇ ਆ ਕਿ ਬਕਾਇਦਾ ਗੋਹੇ ਨਾਲ ਜਿਹੜਾ ਪੋਚਾ ਦਿੱਤਾ ਜਾਂਦਾ, ਲਿਪਿਆ ਜਾਂਦਾ, ਫਿਰ ਬਕਾਇਦਾ ਕਾਰਾਂ ਕੱਢੀਆਂ ਜਾਂਦੀਆਂ ਤਾਂ ਕਿ ਇਹਨਾਂ ਦਾ ਕੋਈ ਹੋਰ ਜਿਹੜਾ ਉਹ ਪ੍ਰਵੇਸ਼ ਨਾ ਕਰ ਸਕੇ। ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਭਾਵੇਂ ਬਾਹਰਲੇ ਰੂਪ ਵਿੱਚ ਜ਼ਾਹਰਾ ਰੂਪ ਵਿੱਚ ਕੋਈ ਐਸਾ ਕਰਮ ਕਰ ਰਿਹਾ ਔਰ ਕੇਵਲ ਇਹ ਲਕੀਰਾਂ ਦੀ ਇਹ ਚੌਂਕੇ ਦੀ ਗੱਲ ਹੀ ਨਹੀਂ, ਬਲਕਿ ਹਰ ਉਸ ਕਰਮ ਦੀ ਗੱਲ ਆ ਜਿਹੜਾ ਸਾਡੇ ਬਾਹਰਲੇ ਨਾਲ ਕਰਮ ਕਾਂਡ ਨਾਲ ਜੁੜਿਆ ਸੰਬੰਧਿਤ ਆ। ਮਹਾਰਾਜ ਕਹਿੰਦੇ ਕਿ ਜੇ ਬੰਦੇ ਦੇ ਅੰਦਰ ਜਿਹੜੇ ਇਹ ਵਿਕਾਰ ਆ ਜਿਨ੍ਹਾਂ ਦਾ ਉਹ ਜ਼ਿਕਰ ਕਰ ਰਹੇ ਆ ਕਿ ਕੁਬੁੱਧ ਡੁਮਨੀ ਕੁਦਿਆ ਕਸਾਇਨ, ਇੱਥੇ ਮਹਾਰਾਜ ਭਾਵੇਂ ਇਹ ਸ਼ਬਦ ਵਰਤ ਰਹੇ ਆ ਡੂਮਨੀ ਆ ਕਸਾਇਨ ਆ ਚੂੜੀ ਇਹ ਸ਼ਬਦ ਵਰਤ ਰਹੇ ਆ, ਪਰ ਮਹਾਰਾਜ ਜਿਨ੍ਹਾਂ ਅਰਥਾਂ ਵਿੱਚ ਆਮ ਲੋਕੀ ਵਰਤਦੇ ਆ ਜਾਂ ਸਾਡੇ ਕੋਸ਼ਾਂ ਵਿੱਚ ਇਹਨਾਂ ਦਾ ਜੋ ਭਾਵ ਆ ਮਹਾਰਾਜ ਇਸ ਭਾਵ ਅਰਥ ਵਿੱਚ ਇਹਨਾਂ ਦੀ ਵਰਤੋਂ ਨਹੀਂ ਕਰ ਰਹੇ। ਹਾਂ ਜੋ ਮਨੁੱਖ ਨੇ ਸਮਾਜ ਨੇ ਇਹਨਾਂ ਬਾਰੇ ਜਿਹੋ ਜਿਹੀ ਧਾਰਨਾ ਬਣਾਈ ਆ ਜਾਂ ਇਹਨਾਂ ਦਾ ਨਾਂ ਲੈਣ ਜੋ ਉਹਨਾਂ ਦੇ ਅੱਖਾਂ ਸਾਹਮਣੇ ਰੂਪ ਸਾਕਾਰ ਹੁੰਦਾ ਉਹ ਪ੍ਰਤੀਕ ਮਹਾਰਾਜ ਜਿਹੜਾ ਜ਼ਰੂਰ ਵਰਤ ਰਹੇ ਆ। ਕਹਿੰਦੇ ਅਸਲ ਵਿੱਚ ਇਹ ਤਾਂ ਮਨੁੱਖ ਦੇ ਅੰਦਰਲੀਆਂ ਬਿਰਤੀਆਂ ਜਿਹੜੇ ਝੂਮਣੀ ਆ ਚਾਹੇ ਕਸਾਇਨ ਆ ਚਾਹੇ ਚੂੜੀ ਆ ਉਹ ਤਾਂ ਉਹ ਕਿਰਤ ਕਰ ਰਹੀਆਂ, ਉਹ ਕਿਰਤ ਮਾੜੀ ਨਹੀਂ ਉਹਨਾਂ ਦੀ, ਉਹ ਤਾਂ ਉਹਨਾਂ ਦੀ ਕਿਰਤ ਆ, ਉਪਜੀਵਿਕਾ ਦਾ ਸਾਧਨ ਆ, ਉਹਨਾਂ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ। ਪਰ ਜਿਹੜੀ ਮਾੜੀ ਆ ਉਹ ਤੁਹਾਡੀਆਂ ਬਿਰਤੀਆਂ ਮਾੜੀਆਂ ਕਿ ਭਾਵੇਂ ਤੁਸੀਂ ਕਥਿਤ ਉੱਚ ਜਾਤ ਨਾਲ ਸੰਬੰਧ ਜੇ ਬਾਹਰਲੇ ਜਿਹੜੇ ਸੁਚਮ ਦੇ ਧਰਮ ਕਰਮ ਕਾਂਡ ਕਰ ਰਹੇ ਹੋ, ਪਰ ਜੇਕਰ ਤੁਹਾਡੇ ਅੰਦਰ ਇਹ ਭੈੜੀ ਬੁੱਧੀ ਜਿਹੜੀ ਕੁਦਿਆ ਇਹ ਤੁਹਾਡੇ ਅੰਦਰ ਬੈਠੀਆਂ ਹੋਈਆਂ ਪਰ ਨਿੰਦਾ ਪਰਾਈ ਨਿੰਦਿਆ ਪਰਾਈ ਨਿੰਦਾ ਵਿੱਚ ਚੂੜੀ ਜਿਹੜੀ ਤੁਹਾਡੇ ਅੰਦਰ ਡੇਰਾ ਲਾਈ ਬੈਠੀ ਹੋਈ ਆ
ਮੁੱਠੀ ਕ੍ਰੋਧ ਚੰਡਾਲ, ਔਰ ਜਿਹੜਾ ਚੰਡਾਲ ਅਸਲ ਵਿੱਚ ਕ੍ਰੋਧ ਆ, ਹਾਂਜੀ ਜਿਨ੍ਹਾਂ ਨੇ ਤੁਹਾਡਾ ਸਭ ਕੁਝ ਲੁੱਟ ਲਿਆ ਹੋਇਆ। ਜੇਕਰ ਇਹ ਸਭ ਕੁਝ ਤੁਹਾਡੇ ਅੰਦਰ ਆ ਤਾਂ ਬਾਹਰ ਨੂੰ ਇਹ ਸੁੱਚਮ ਦੇ ਜਿਹੜੇ ਆਹਾਰ ਆ ਉਹਨਾਂ ਦਾ ਇਹਨਾਂ ਦਾ ਕੋਈ ਅਰਥ ਨਹੀਂ। ਕੋਈ ਅਰਥ ਨਹੀਂ। ਹਾਂ, ਹਜ਼ੂਰ ਫਿਰ ਕਹਿੰਦੇ ਆ ਕਿ ਜੇਕਰ ਸੱਚ ਸੰਜਮ ਕਰਨੇ ਕਾਰਾਂ ਨਾਵੜ ਨਾਉ ਜੁਪੇ ਹੀ, ਜੇਕਰ ਸੱਚ ਨੂੰ ਸੱਚ ਨਾਲ ਜੁੜਨ ਨੂੰ ਬੰਦਾ ਇਹ ਚੌਂਕਾ ਸੁੱਚਾ ਕਰਨ ਦੀ ਜੁਗਤੀ ਬਣਾ ਲੈਂਦਾ, ਕਰਨੀ ਜਿਹੜਾ ਉੱਚਾ ਆਚਰਨ ਆ ਇਹਨੂੰ ਕਾਰਾਂ ਬਣਾ ਲੈਂਦਾ, ਭਾਵ ਆ ਜਿਹੜਾ ਇਹ ਆਚਰਣ ਬਣਾ ਲੈਂਦਾ ਅਤੇ ਕਥਿਤ ਸਰੀਰਕ ਇਸ਼ਨਾਨ ਦੀ ਥਾਂ ਇਸ਼ਨਾਨ ਤੀਰਥ ਇਸ਼ਨਾਨ ਦੀ ਜਿਹੜਾ ਸਰੀਰਕ ਇਸ਼ਨਾਨ ਆ ਉਹਦੀ ਆਪਣੀ ਇੱਕ ਮਹੱਤਤਾ ਜ਼ਰੂਰਤ ਆ। ਹਾਂਜੀ ਪਰ ਗੁਰੂ ਸੇਵਕ ਨੇ ਜਿਹਦੇ ਨਾਲ ਜਿਹੜੇ ਅਸਲ ਇਸ਼ਨਾਨ ਆ ਉਹ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਆ, ਉਹਦੇ ਗੁਣਾਂ ਨੂੰ ਜਪ ਕੇ ਉਹਨਾਂ ਗੁਣਾਂ ਨੂੰ ਅਪਣਾਉਂਦੇ ਆ, ਧਾਰਨ ਕਰਦੇ ਆ, ਔਰ ਇਹਦੇ ਨਾਲ ਜੇ ਕਿਸੇ ਨੂੰ ਵੀ ਪਾਪਾਂ ਦੀ ਮਾੜੀ ਮੱਤ ਨਹੀਂ ਦਿੰਦੇ। ਅਸੀਂ ਦੇਖਦੇ ਹਾਂ ਕਿ ਜੇਕਰ ਧਰਮ ਖੇਤਰ ਵਾਲੀ ਨਜ਼ਰ ਮਾਰੀਏ ਤਾਂ ਧਰਮ ਦੇ ਖੇਤਰ ਵਿੱਚ ਸਦੀਆਂ ਤੋਂ ਜਿਸ ਤਰ੍ਹਾਂ ਨਾਲ ਮਨੁੱਖ ਨੂੰ ਗੁੰਮਰਾਹ ਕੀਤਾ ਗਿਆ ਧਰਮ ਦੇ ਨਾਂ ਤੇ, ਰੱਬ ਦੇ ਨਾਂ ਤੇ, ਹਾਂਜੀ ਉਹ ਸਾਡੇ ਸਾਹਮਣੇ ਆ। ਠੀਕ ਇਹ ਕੋਈ ਧਰਮ ਦੀ ਸਿੱਖਿਆ ਨਹੀਂ, ਸੱਚ ਦੀ ਸਿੱਖਿਆ ਨਹੀਂ, ਠੀਕ ਜਿਹੜੀ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀ ਆ, ਮਨੁੱਖ ਅੰਦਰ ਜਿਹੜੀ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਕਰ ਇੱਕ ਦੂਜੇ ਦੇ ਖੂਨ ਦੇ ਪਿਆਸਾ ਬਣਾ ਦਿੰਦੀਆਂ, ਇਹ ਧਰਮ ਦੀ ਸਿੱਖਿਆ ਨਹੀਂ। ਤਾਂ ਗੁਰੂ ਸਾਹਿਬ ਕਹਿੰਦੇ ਆ ਅਸਲ ਵਿੱਚ ਉਹ ਉੱਤਮ ਮਨੁੱਖ ਆ, ਭਾਵੇਂ ਉਹ ਕਿਸੇ ਵੀ ਜਾਤ ਨਾਲ, ਕਥਿਤ ਉਹ ਨੀਵੀਂ ਜਾਤ ਆ, ਚਾਹੇ ਉੱਚੀ ਜਾਤ ਆ, ਚਾਹੇ ਉਹ ਇਸਤਰੀ ਹੈ, ਚਾਹੇ ਉਹ ਪੁਰਸ਼ ਆ, ਠੀਕ ਅਸਲ ਵਿੱਚ ਉਹ ਇਨਸਾਨ ਜਿਹੜੇ ਉੱਤਮ ਆ, ਸ੍ਰੇਸ਼ਟ ਆ, ਉਹ ਆਦਰ ਨਹੀਂ ਆ। ਅਸਲ ਵਿੱਚ ਸੁਚਮ ਦੇ ਉਹੀ ਧਾਰਨੀ ਆ। ਔਰ ਜਿਹੜਾ ਅਗਲਾ ਸ਼ਲੋਕ, ਜਿਹੜਾ ਦੂਜਾ ਸ਼ਲੋਕ ਆ, ਉਹ ਦੱਸਿਆ ਆ ਕਿਆ ਹੰਸ ਕਿਆ ਬੋਗਲਾ ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੂ ਹੰਸ ਕਰੇ। ਇਹ ਸ਼ਲੋਕ ਦੋ ਵਾਰ ਆਇਆ ਹੋਇਆ, ਪਰ ਦੂਜੀ ਵਾਰ ਜੇ ਸ਼ਬਦ ਆਇਆ ਹੋਇਆ, ਪਰ ਇੱਥੇ ਜੋ ਆ, ਇੱਥੇ ਗੁਰੂ ਸਾਹਿਬ ਦੂਜਾ ਪੱਖ ਲੈ ਰਹੇ ਆ ਕਿ ਜੇਕਰ ਸੱਚਮੁੱਚ ਕੋਈ ਉਸ ਰੱਬ ਨਾਲ ਜੁੜ ਰਿਹਾ ਤਾਂ ਰੱਬ ਨਾਲ ਜੁੜਨ ਦਾ ਭਾਵ ਰੱਬੀ ਗੁਣਾਂ ਨੂੰ ਅਪਣਾਉਣਾ, ਸੱਚ ਨੂੰ ਅਪਣਾਉਣਾ, ਸੱਚ ਦੀਆਂ ਕਦਰੋ ਕੀਮਤਾਂ ਨੂੰ ਅਪਣਾਉਣਾ। ਤਾਂ ਉਸ ਨੂੰ ਅਪਣਾਇਆ ਮਨੁੱਖ ਭਾਵੇਂ ਕਿੰਨਾ ਵੀ ਪਹਿਲਾਂ ਵਿਕਾਰੀ ਸੀ, ਪਖੰਡੀ ਸੀ, ਢੋਂਗੀ ਸੀ, ਬਾਹਰ ਕੇਵਲ ਵਿਖਾਵਾ ਹੀ ਪਹਿਲਾਂ ਕਰ ਰਿਹਾ ਸੀ, ਪਰ ਉਹ ਮਨੁੱਖ ਜਿਹੜਾ ਉਹ ਪਵਿੱਤਰ ਬਣ ਜਾਂਦਾ। ਇਹਨੂੰ ਇਹਨਾਂ ਦੱਸਾਇਆ ਕਿ ਜੇ ਰੱਬ ਨਜ਼ਰ ਕਰਦਾ, ਰੱਬ ਦੀ ਨਜ਼ਰ ਦਾ ਇਹੀ ਭਾਵ ਆ ਕਿ ਜਿਹੜਾ ਵੀ ਕੋਈ ਮਨੁੱਖ ਇਸ ਰਸਤੇ ਨੂੰ ਅਪਣਾਉਂਦਾ ਤਾਂ ਇਸ ਰਸਤੇ ਉੱਤੇ ਤੁਰਿਆ ਅਪਣਾਇਆ ਉਸ ਅੰਦਰ ਇਹ ਤਬਦੀਲੀ ਆਉਂਦੀ ਆ, ਪਰਿਵਰਤਨ ਆਉਂਦਾ। ਹੁਣ ਜਿਹੜਾ ਅਗਲੀ ਪੌੜੀ ਆ, ਜਿਹੜੀ ਪੌੜੀ ਪੜ੍ਹੀ ਜਾਂਦੀ ਆ, ਹੁਣ ਇਹਦੇ ਨਾਲ ਜਿਹੜਾ ਅਸੀਂ ਜੁੜ ਕੇ ਦੇਖਣਾ ਕਿ ਇਹ ਜਿਹੜੇ ਕਾਰਜ ਆ, ਜਿਹੜੀ ਜਦੋਂ ਆਖਿਆ ਕਿ ਪਾਪਾਂ ਪੰਧ ਨਾ ਦੇਹੀ, ਪਹਿਲੇ ਸ਼ਲੋਕ ਦੀ ਅਖੀਰਲੀ ਪੰਕਤੀ ਵਿੱਚ, ਔਰ ਫਿਰ ਦੱਸਿਆ ਕਿ ਜੋ ਨਦਰ ਕਰੇ ਤਾਂ ਕਾਗੂ ਹੰਸ ਕਰੇ। ਇਹ ਜੀਵਨ ਸਾਨੂੰ ਮਿਲਦਾ ਕਿਵੇਂ ਆ, ਇਹ ਕਿਵੇਂ ਪ੍ਰਾਪਤ ਕਰ ਸਕਦੇ ਆ? ਅਸੀਂ ਪਖੰਡ ਤੋਂ, ਦਮ ਤੋਂ, ਝੂਠ ਤੋਂ, ਬੇਈਮਾਨੀ ਤੋਂ, ਹੇਰਾ ਫੇਰੀ ਤੋਂ, ਅਸੀਂ ਜਿਹੜੀ ਹੈ ਭੈੜੀ ਨਿਗਾਹ, ਮੰਦ ਸੋਚਣੀ, ਮੰਦ ਵਾਸ਼ਨਾਵਾਂ, ਇਹਨਾਂ ਤੋਂ ਅਸੀਂ ਆਪਣੇ ਆਪ ਨੂੰ ਉੱਪਰ ਉਠਾ ਕੇ ਅਸੀਂ ਸਹੀ ਅਰਥਾਂ ਵਿੱਚ ਇਸ ਰਾਹ ਨੂੰ ਕਿਵੇਂ ਅਪਣਾ ਸਕਦੇ ਹਾਂ? ਦੂਜੇ ਸ਼ਬਦਾਂ ਵਿੱਚ ਅਸੀਂ ਹੰਸ ਕਿਵੇਂ ਬਣ ਸਕਦੇ ਹਾਂ? ਤਾਂ ਹੁਣ ਪੌੜੀ ਵੀ ਦੱਸ ਰਹੇ ਆ ਕਿ ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀ ਹੈ, ਕਿ ਜਿਹੜਾ ਵੀ ਕੰਮ ਅਸੀਂ ਕਰਨਾ ਲੋੜੀਏ। ਇੱਥੇ ਇੱਕ ਗੱਲ ਹੋਰ ਵੱਲ ਆਪਾਂ ਧਿਆਨ ਦੇ ਲਈਏ, ਵਿਚਾਰ ਕਰ ਲਈਏ ਕਿ ਇੱਥੇ ਇੱਕ ਹੋਰ ਪਹਿਲੂ ਵੀ ਉਗੜ ਕੇ ਸਾਹਮਣੇ ਆਉਂਦਾ, ਜਿਵੇਂ ਪਹਿਲਾਂ ਸ਼ੁਰੂ 'ਚ ਗੱਲ ਕਰ ਰਹੇ ਹਾਂ ਕਿ ਜਿਵੇਂ ਗੁਰੂ ਰਾਮਦਾਸ ਨੇ ਗੁਰ ਸਤਿਗੁਰੂ ਕਾ ਜੋ ਸਿੱਖਾ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ, ਇੱਕ ਰਹਿਣੀ ਵਾਲੀ ਇਸ਼ਾਰਾ ਕੀਤਾ। ਇਸੇ ਤਰ੍ਹਾਂ ਇੱਥੇ ਵੀ ਇੱਕ ਵਿਸ਼ੇਸ਼ ਪਹਿਲੂ ਆ ਕਿ ਜਿਹੜਾ ਵੀ ਇਸ ਰਸਤੇ ਦਾ ਰਾਹੀ ਆ, ਉਹ ਕੋਈ ਵੀ ਕਾਰਜ ਕਰਨ ਲਈ ਜੋ ਆਮ ਪਰੰਪਰਾ ਸੀ ਕਿ ਕੋਈ ਕਿਸੇ ਨੂੰ ਮਨਾਉਂਦਾ ਸੀ, ਕੋਈ ਕਿਸੇ ਦੀ ਆਰਾਧਨਾ ਕਰਦਾ ਸੀ, ਕੋਈ ਗ੍ਰਹਾਂ ਦੀ ਪੂਜਾ ਕਰਦਾ ਸੀ, ਫਿਰ ਕਈ ਕੁਝ ਮਿਲਾ ਕੇ ਰਾਸ਼ੀਆਂ ਆਦਿ ਵਿਚਾਰ ਕੀਤੀ ਜਾਂਦੀ ਸੀ, ਮੁਹੂਰਤ ਕਢਵਾਇਆ ਜਾਂਦਾ ਸੀਗਾ। ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਇਸ ਰਸਤੇ ਦਾ ਰਾਹੀ ਆ, ਉਹਨੂੰ ਇਹਨਾਂ ਗੱਲਾਂ ਦੀ ਲੋੜ ਨਹੀਂ। ਜਿਹੜਾ ਵੀ ਕੰਮ ਅਸੀਂ ਕਰਨਾ ਚਾਹੁੰਦੇ ਆ, ਅਸੀਂ ਉਸ ਰੱਬ ਦਾ ਆਸਰਾ ਲਈਏ, ਸਹਾਰਾ ਲਈਏ। ਤੋ ਕੀਤਾ ਲੋੜੀ ਆ ਕੰਮ ਸੋ ਹਰ ਪੈ ਆਖੀ ਹੈ, ਕਿ ਜਿਹੜਾ ਵੀ ਕੰਮ ਅਸੀਂ ਨੇਪਰੇ ਚੜਾਉਣ ਦੀ ਇੱਛਾ ਰੱਖਦੇ ਹਾਂ, ਤੋ ਇਹ ਫਿਰ ਆਪਾਂ ਦੁਹਰਾ ਦਿੰਦੇ ਹਾਂ ਕਿ ਕੰਮ ਉਹੀ ਕੰਮ ਆ ਜੋ ਸਾਰਥਕ ਕੰਮ ਆ, ਜਿਨ੍ਹਾਂ ਵਿੱਚ ਸਾਨੂੰ ਅੱਖਾਂ ਨੀਵੀਆਂ ਨਹੀਂ ਕਰਨੀ ਪੈਂਦੀ। ਉਹਨਾਂ ਕੰਮਾਂ ਦੀ ਗੱਲ ਨਹੀਂ
ਕਿ ਅਸੀਂ ਕਿਸੇ ਜੇਬ ਕੱਟਣ ਲੱਗੇ ਹਾਂ ਤਾਂ ਆਖੀਏ ਜੀ ਰੱਬ ਜੀ ਮੇਰੀ ਤੂੰ ਆਪ ਹੀ ਆਖਿਆ ਕਿ ਤੇਰੇ ਅੱਗੇ ਅਰਦਾਸ ਕਰਾਂਗੇ ਤਾਂ ਸਾਡਾ ਕੰਮ ਪੂਰਾ ਹੋ ਜਾਊਗਾ, ਜਾਂ ਕੋਈ ਹੋਰ ਹੇਰਾ ਫੇਰੀ ਕਰਨ ਲੱਗੇ ਹਾਂ, ਬੇਈਮਾਨੀ ਕਰਨ ਲੱਗੇ ਹਾਂ। ਪਰ ਕਈ ਵਾਰ ਅਸੀਂ ਇਹ ਵੈਸੇ ਵੀ ਦੇਖਦੇ ਹਾਂ ਕਿ ਕਈ ਵਾਰ ਕੋਈ ਡਰੱਗ ਦਾ ਮਾਮਲਾ ਮੰਨ ਲਓ, ਕੋਈ ਡੀਲ ਕਰਨ ਜਾ ਰਿਹਾ ਤਾਂ ਉਹ ਅਰਦਾਸ ਕਰਾਉਂਦੇ ਆ ਬਕਾਇਦਾ, ਪਰ ਸਾਡੇ ਵਿੱਚ ਐਸਾ ਵਿਧਾਨ ਨਹੀਂ। ਭਾਵੇਂ ਸਾਡੇ ਗੁਰਦੁਆਰਿਆਂ ਸਾਹਿਬਾਨ ਵਿੱਚ ਐਸੀਆਂ ਅਰਦਾਸਾਂ ਵੀ ਹੁੰਦੀਆਂ, ਪਰ ਇਹ ਅਰਦਾਸਾਂ ਦੱਸ ਰਹੀਆਂ ਕਿ ਸਾਡਾ ਗੁਰੂ ਨਾਲ ਕੋਈ ਵਾਹ ਵਾਸਤਾ ਨਹੀਂ, ਅਸੀਂ ਗੁਰੂ ਦੀ ਸਿੱਖਿਆ ਨੂੰ ਸਮਝਿਆ ਹੀ ਨਹੀਂ। ਜੇ ਸਮਝਿਆ ਹੁੰਦਾ ਤੇ ਅਸੀਂ ਕਦੇ ਹੀ ਨਾ ਅਰਦਾਸਾਂ ਕਰਦੇ ਨਾ ਕਰਾਉਂਦੇ। ਇੱਥੇ ਕਰਨ ਵਾਲਾ ਵੀ ਅਤੇ ਕਰਾਉਣ ਵਾਲਾ ਦੋਵੇਂ ਹੀ ਅਣਜਾਣ ਆ, ਦੋਨੇ ਜਿਹੜੇ ਆ ਉਹ ਤੋਂ ਜਿਹੜੇ ਆ ਅਸੀਂ ਬੇਮੁਖੀ ਆਖ ਸਕਦੇ ਹਾਂ। ਤੋਂ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਜਦੋਂ ਇੱਥੇ ਕਹਿ ਰਿਹਾ ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀ ਹੈ, ਔਰ ਫਿਰ ਨਾਲ ਅੱਗੇ ਸਪਸ਼ਟ ਕਰ ਦਿੱਤਾ ਕਿ ਕਾਰਜ ਦੇ ਸੁਵਾਰ ਸਤਿਗੁਰ ਸਰ ਸਾਖੀ ਹੈ। ਸਾਖੀ ਤੋਂ ਪਾਪ ਹੋਵੇਂ ਕਈਆਂ ਨੇ ਸਿੱਖਿਆ ਤੋਂ ਲਿਆ, ਪਰ ਵਧੇਰੇ ਟੁਕਮਾ ਜਿਹੜਾ ਉਹ ਗਵਾਹੀ ਵਧੇਰੇ ਟੁਕਮਾ ਆਖਿਆ ਜਾ ਸਕਦਾ। ਠੀਕ ਹੈ ਕਿ ਕਾਰਜ ਦੇ ਸੁਵਾਰ, ਕਿ ਵਾਹਿਗੁਰੂ ਉਹ ਕਾਰਜ ਜ਼ਰੂਰ ਨੇਪਰੇ ਚੜਾਊਗਾ, ਤੇਰਾ ਕਾਰਜ ਸੰਵਰੇਗਾ, ਮੁਕੰਮਲ ਹੋਊਗਾ, ਅਧੂਰਾ ਨਹੀਂ ਰਹਿਣ ਲੱਗਾ। ਤੇਰੀ ਜਿਹੜੀ ਖਾਹਿਸ਼ ਆ ਉਹ ਅਵਸ਼ ਪੂਰੀ ਹੋਊਗੀ। ਗੁਰੂ ਇਸ ਗੱਲ ਦੀ ਗਵਾਹੀ ਦੇ ਰਿਹਾ, ਗਵਾਹੀ ਭਰ ਰਿਹਾ, ਔਰ ਗੁਰੂ ਗਵਾਹੀ ਗੁਰੂ ਨੇ ਜੋ ਆਖਿਆ ਉਹ ਉਹਨਾਂ ਦਾ ਨਿੱਜੀ ਅਨੁਭਵ ਆ। ਇਸ ਲਈ ਬਾਣੀ ਵਿੱਚ ਜਦੋਂ ਆਖਿਆ ਹੋਇਆ ਕਿ ਜਿਹੜੇ ਐਸੇ ਸੱਜਣ ਐਸੀਆਂ ਰੂਹਾਂ ਉਹ ਜੋ ਕਹਿੰਦੀਆਂ ਉਹ ਉਹਨਾਂ ਨੇ ਜੋ ਉਹਨਾਂ ਦਾ ਅਨੁਭਵ ਆ ਉਹ ਅਨੁਭਵ ਦੇ ਆਧਾਰਿਤ ਗੱਲ ਕਹਿੰਦੇ ਆ। ਉਹ ਸੁਣੀ ਸੁਣਾਈ ਜਾਂ ਪੜ੍ਹ ਕੇ ਗੱਲ ਨਹੀਂ ਕਰਦੇ। ਉਹਨਾਂ ਨੇ ਜੋ ਆਖਿਆ ਉਹਨਾਂ ਦਾ ਨਿੱਜੀ ਅਨੁਭਵ ਆ, ਉਹਨਾਂ ਦਾ ਤਜਰਬਾ। ਤੋ ਇਸ ਲਈ ਗੁਰੂ ਸਾਹਿਬ ਜਦੋਂ ਕਹਿੰਦੇ ਆ ਕਿ ਇਹ ਤੇਰਾ ਕਾਰਜ ਜਿਹੜਾ ਉਹ ਜ਼ਰੂਰ ਸੰਪੂਰਨ ਹੋਊਗਾ। ਹੁਣ ਕਾਰਜ ਵਿਸ਼ੇਸ਼ ਕਾਰਜ ਕਿਹੜਾ, ਔਰ ਇਹ ਕਾਰਜ ਪੂਰਾ ਕਿਵੇਂ ਹੋਊਗਾ? ਕਿ ਅਸੀਂ ਅਰਦਾਸ ਕਰ ਦਿੱਤੀ ਬਸ ਛੁੱਟੀ, ਬਸ ਰੱਬ ਪੂਰਾ ਕਰ ਦੂਗਾ? ਨਹੀਂ, ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਜੇ ਰੁਕੋ ਅਜੇ ਇੱਥੇ ਹੀ ਬਸ ਨਹੀਂ। ਅਗਲੀ ਗੱਲ ਸੁਣੋ। ਤਾਂ ਗੁਰੂ ਸਾਹਿਬ ਕਹਿ ਰਹੇ ਅੱਗੇ ਕਿ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਜਿਹੜੇ ਸਤਿਪੁਰਸ਼, ਸਤਿਗੁਰੂ ਦੀ ਸੰਗਤ, ਗੁਰਬਾਣੀ ਦੀ ਸੰਗਤ, ਗੁਰਬਾਣੀ ਦੀ ਸੰਗਤ ਵਿੱਚ ਸੰਗ ਨਿਧਾਨ, ਨਿਧਾਨ ਦਾ ਆਖਰੀ ਅਰਥ ਹੈ ਖਜ਼ਾਨਾ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਗੁਰੂ ਦੀ ਸੰਗਤ ਵਿੱਚ ਜਦੋਂ ਅਸੀਂ ਬੈਠਦੇ ਹਾਂ, ਵਿਚਰਦੇ ਹਾਂ, ਤਾਂ ਸਾਨੂੰ ਇਹ ਜਿਹੜਾ ਖਜ਼ਾਨਾ, ਨਾਮ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ, ਇਹ ਖਜ਼ਾਨਾ ਸਾਨੂੰ ਨਸੀਬ ਹੁੰਦਾ। ਅਸੀਂ ਇਸ ਸੰਗਤ ਵਿੱਚੋਂ ਅੰਮ੍ਰਿਤ ਚਾਖੀ ਹੈ, ਜਿਹੜਾ ਆਤਮਿਕ ਜ਼ਿੰਦਗੀ ਦੇਣ ਵਾਲਾ ਜਾਲਾ, ਸੋਝੀ ਆ, ਸਮਝਾ, ਉਹ ਸਾਨੂੰ ਨਸੀਬ ਹੁੰਦੀ ਆ। ਸਾਨੂੰ ਚਖਣਾ, ਸਾਨੂੰ ਮਾਨਣਾ ਉਹ ਨਸੀਬ ਹੁੰਦਾ। ਔਰ ਫਿਰ ਆਖਦੇ ਆ ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀ ਹੈ। ਇਸ ਲਈ ਆਖਦੇ ਜੇਵੇ ਜਿਹੜਾ ਵੀ ਚਾਹਵਾਨ ਆ ਕਿ ਮੇਰਾ ਇਹ ਜਿਹੜਾ ਕਾਰਜ ਆ, ਜਿਹੜਾ ਕਾਰਜ ਸਾਨੂੰ ਜ਼ਿੰਦਗੀ ਦਾ ਜੋ ਲਕਸ਼ ਆ, ਜੋ ਮਨੋਰਥ ਆ, ਇਸ ਦੀ ਪ੍ਰਾਪਤੀ ਵੀ ਸਹਾਇਕ ਆ, ਜਿਸ ਤੋਂ ਬਿਨਾਂ ਸਾਡਾ ਇਹ ਕਾਰਜ ਸੰਪੂਰਨ ਨਹੀਂ ਹੋ ਸਕਦਾ। ਜਿਹੜਾ ਵੀ ਕੋਈ ਲੋਚਦਾ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਸਾਨੂੰ ਸਾਰਿਆਂ ਨੂੰ ਉਸ ਅੱਗੇ ਇਉਂ ਅਰਦਾਸ ਕਰਨੀ ਬਣ ਆਈ ਆ। ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਮੇਰੇ ਅੱਗੇ ਅਰਦਾਸ ਕਰੋ, ਉਹ ਕਹਿੰਦੇ ਸਾਨੂੰ ਸਾਰਿਆਂ ਨੂੰ ਉਸ ਅੱਗੇ ਅਰਦਾਸ ਕਰਨੀ ਬਣ ਆਈ ਆ ਕਿ ਭੈ ਪੰਜਨ ਮਿਹਰਬਾਨ, ਹੇ ਮਿਹਰਬਾਨ, ਹੇ ਦਇਆਸਰੂ ਵਾਹਿਗੁਰੂ, ਸਾਡੇ ਡਰਾਂ ਨੂੰ, ਭੈ ਨੂੰ ਖਤਮ ਕਰਨ ਵਾਲੇ ਦਾਸ ਕੀ ਰਾਖੀ ਹੈ। ਦਾਸ ਦੀ, ਸੇਵਕ ਦੀ, ਨਿਮਾਣੇ ਇਸ ਦਾਸਰੇ ਦੀ ਇੱਜ਼ਤ ਰੱਖ ਲਓ, ਪੈਜ ਰੱਖ ਲਓ। ਪਰ ਪੈਜ ਜਿਹੜੀ ਹੈ ਇਹ ਨਹੀਂ ਕਿ ਮੈਂ ਕੰਮ ਉਹ ਕਰਾਂ, ਕੰਮ ਦੇ ਉੱਤੇ ਤੇ ਖਾਹਿਸ਼ ਦੇ ਉੱਤੇ ਡਿਪੈਂਡ ਕਰਦਾ। ਜਿਹੜੀ ਜੋ ਪਿੱਛੇ ਜੋ ਲੜੀ ਚੱਲ ਰਹੀ ਆ, ਹਾਂਜੀ, ਕਿ ਮੈਂ ਇਹੋ ਜਿਹਾ ਸਚਿਆਰਮੇ ਜੀਵਨ ਜਿਉਣਾ ਚਾਹੁੰਦਾ। ਮੇਰੀ ਹਾਰਦਿਕ ਇੱਛਾ ਕਿ ਮੈਂ ਵੀ ਗੁਰਮੁਖਤਾਈ ਵਾਲਾ ਜੀਵਨ ਜੀਵਾਂ। ਤੋ ਇਹ ਪ੍ਰਭੂ ਕਿਰਪਾ ਕਰ, ਮਿਹਰ ਕਰ, ਬਖਸ਼ਿਸ਼ ਕਰ, ਤਾਂ ਕਿ ਮੈਂ ਇਹੋ ਜਿਹੀ ਜ਼ਿੰਦਗੀ ਜਿਉਂ ਕਿ ਜਿਹੜੀ ਵਿਕਾਰਾਂ ਤੋਂ, ਮਾਇਆ ਤੋਂ ਮਨੁੱਖ ਆਪਣੀ ਪੱਤ ਗਵਾ ਬਹਿੰਦਾ। ਜਿਵੇਂ ਸਤਿਗੁਰੂ ਕਹਿੰਦੇ ਨਾ, ਹਰ ਬਿਸਰਤ ਸਦਾ ਖੁਆਰੀ, ਕਿ ਪ੍ਰਭੂ ਨੂੰ ਭੁਲਾਉਣ ਵਾਲੇ ਦਾ ਨੁਕਸਾਨ ਕੀ ਆ? ਕਿ ਮਾਇਆ ਉਸ ਨੂੰ ਹਰ ਪੱਖੋਂ ਬੇਇੱਜ਼ਤ ਕਰਦੀ ਆ, ਖੁਆਰ ਕਰਦੀ ਆ। ਔਰ ਮਾਇਆ ਦਾ ਕੋਈ ਰੂਪ ਨਹੀਂ, ਅਨੇਕਾਂ ਰੂਪ ਆ, ਅਨੇਕਾਂ ਢੰਗਾਂ ਨਾਲ ਮਨੁੱਖ ਆਪਣੀ ਖੁਆਰੀ ਖੁਦ ਕਰਾ ਰਿਹਾ ਹੁੰਦਾ। ਤੋ ਇੱਥੇ ਵੀ ਉਹ ਅਰਦਾਸ ਕਰਨ ਦੀ ਵਿਧੀ ਦਰਸਾਈ ਆ ਕਿ ਅਸੀਂ ਜੇਕਰ ਚਾਹੁੰਦੇ ਹਾਂ, ਸੱਚਮੁੱਚ ਇੱਛੁਕ ਹਾਂ, ਤਾਂ ਅਸੀਂ ਉਸ ਰੱਬ ਅੱਗੇ, ਪ੍ਰਭੂ ਅੱਗੇ ਅਰਦਾਸ ਕਰੀਏ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀ ਹੈ।
ਔਰ ਮਹਾਰਾਜ ਕਹਿੰਦੇ ਆ ਕਿ ਅਸੀਂ ਜੇਕਰ ਇੰਜ ਉਸ ਪ੍ਰਭੂ ਨੂੰ ਸਲਾਵਾਂਗੇ ਭਾਵ ਕਿ ਉਸ ਦੀ ਰਜ਼ਾ ਨੂੰ, ਉਸ ਦੇ ਹੁਕਮ ਨੂੰ ਅਸੀਂ ਜੇਕਰ ਗੁਰੂ ਨੂੰ ਮਿਲ ਕੇ ਸਮਝਣ ਦਾ ਯਤਨ ਕਰਾਂਗੇ ਤਾਂ ਉਹ ਜਿਹੜਾ ਅਲੱਖ ਆ ਉਹਨੂੰ ਲੱਗ ਸਕਾਂਗੇ, ਉਸ ਨਾਲ ਜੁੜ ਸਕਾਂਗੇ ਭਾਵ ਅਸੀਂ ਇਹੋ ਜਿਹਾ ਜੀਵਨ ਜਿਹੜਾ ਉਹ ਯਕੀਨਨ ਮਾਣ ਸਕਾਂਗੇ। ਇਸ ਗੱਲ ਦੀ ਗੁਰੂ ਗਵਾਹੀ ਦੇ ਰਿਹਾ ਕਿ ਗੁਰੂ ਦੀ ਸਿੱਖਿਆ ਨੂੰ ਜਦੋਂ ਅਸੀਂ ਅਮਲੀ ਰੂਪ ਵਿੱਚ ਅਸੀਂ ਇਸ ਰੂਪ ਵਿੱਚ ਅਪਣਾ ਲਵਾਂਗੇ ਤਾਂ ਯਕੀਨਨ ਸਾਨੂੰ ਇਹੋ ਜਿਹੀ ਜਿਹੜੀ ਜ਼ਿੰਦਗੀ ਆ ਉਹ ਮਾਣਨੀ ਨਸੀਬ ਹੋਊਗੀ, ਇਹੋ ਜਿਹੀ ਜ਼ਿੰਦਗੀ ਅਸੀਂ ਜੀਉ ਸਕਾਂਗੇ ਜੀ। ਠੀਕ ਹੈ। ਨਹੀਂ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਹ ਪੌੜੀ ਸਮਝਾਈ। ਅਸੀਂ ਸੋਚਦੇ ਹਾਂ ਸਾਰਿਆਂ, ਅਸੀਂ ਆਸ ਰੱਖਦੇ ਹਾਂ ਕਿ ਸਾਰੇ ਸਰੋਤੇ ਇਸ ਨੂੰ ਐਪਰੀਸ਼ੀਏਟ ਕਰਨਗੇ। ਔਰ ਇਹ ਜਿਹੜਾ ਜਦੋਂ ਜੇ ਆਨੰਦ ਵਿੱਚ ਵੀ ਇਹ ਪੌੜੀ ਦਾ ਗਾਇਨ ਕੀਤਾ ਜਾਂਦਾ ਤਾਂ ਜਿਹੜਾ ਸੁਹਾਗ ਜੋੜਾ ਉਹ ਉਸ ਗੁਣਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿੱਖਿਆ ਲੈਂਦਾ ਹੋਇਆ ਇਸ ਤੋਂ ਉਹੀ ਕੰਮ ਕਰੇ ਜ਼ਿੰਦਗੀ 'ਚ ਆਉਣ ਵਾਲੇ, ਜਿਹੜੇ ਉਹਨੂੰ ਅਲਟੀਮੇਟਲੀ ਗੁਣਾਤਮਕ ਤੇ ਚੰਗਾ ਜੀਵਨ ਬਤੀਤ ਕਰਨ ਵਿੱਚ। ਅਸੀਂ ਇਸ ਨਾਲ ਇੱਥੇ ਅਸੀਂ ਇਸ ਦਾ ਸਮਾਪਤੀ ਕਰਦੇ ਹਾਂ। ਭੁੱਲ ਚੁੱਕ ਦੀ ਖਿਮਾ। ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।